ਸੁਪਨੇ ਕਿਉਂ ਆਉਂਦੇ ਨੇ? ਕੀ ਇਸ ਦਾ ਵਾਸਤਵਿਕਤਾ ਵਿੱਚ ਇਨਸਾਨੀ ਜੀਵਨ ਨਾਲ ਕੋਈ ਸੰਬੰਧ ਹੈ ਜਾਂ ਨਹੀਂ? ਜਾਣਨ ਦੇ ਲਈ ਇਸ ਵੀਡੀਓ ਨੂੰ ਪੂਰਾ ਦੇਖੋ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਇੱਕ ਵਾਰ ਇੱਕ ਜਵਾਨ ਆਦਮੀ ਦੀ ਪਤਨੀ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੀ ਹੈ। ਇੱਕ ਦਿਨ ਜਦੋਂ ਉਹਨੂੰ ਲੱਗਿਆ ਕਿ ਉਹ ਹੋਰ ਜ਼ਿਆਦਾ ਦਿਨਾਂ ਤੱਕ ਜਿਉਂਦੀ ਨਹੀਂ ਰਹਿ ਪਾਵੇਗੀ ਤਾਂ ਉਸਨੇ ਆਪਣੇ ਪਤੀ ਨੂੰ ਕਿਹਾ ਕਿ ਮੈਂ ਤੈਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ, ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ, ਪਰ ਮੈਨੂੰ ਜਾਣਾ ਪਵੇਗਾ। ਪਰ ਮੈਂ ਚਾਹੁੰਦੀ ਹਾਂ ਕਿ ਤੂੰ ਮੇਰੇ ਨਾਲ ਧੋਖਾ ਨਾ ਕਰੇ, ਇਸ ਲਈ ਤੈਨੂੰ ਮੇਰੀ ਅੰਤਿਮ ਇੱਛਾ ਮੰਨਣੀ ਹੀ ਪਵੇਗੀ। ਤੂੰ ਮੈਨੂੰ ਵਚਨ ਦੇ ਕਿ ਮੇਰੇ ਮਰਨ ਤੋਂ ਬਾਅਦ ਤੂੰ ਕਿਸੇ ਦੂਜੀ ਔਰਤ ਨਾਲ ਵਿਆਹ ਨਹੀਂ ਕਰੇਂਗਾ। ਜੇ ਤੂੰ ਇਸ ਤਰ੍ਹਾਂ ਕੀਤਾ ਤਾਂ ਮੈਂ ਤੈਨੂੰ ਮਰਨ ਤੋਂ ਬਾਅਦ ਪ੍ਰੇਤ ਆਤਮਾ ਬਣ ਕੇ ਪਰੇਸ਼ਾਨ ਕਰਾਂਗੀ। ਪਤੀ ਵੀ ਆਪਣੀ ਪਤਨੀ ਨੂੰ ਲੈ ਕੇ ਬਹੁਤ ਜ਼ਿਆਦਾ ਭਾਵੁਕ ਸੀ, ਇਸ ਲਈ ਉਸਨੇ ਇਹ ਵਚਨ ਦੇ ਦਿੱਤਾ। ਇਸ ਦੇ ਕੁਝ ਦਿਨਾਂ ਬਾਅਦ ਪਤਨੀ ਮਰ ਗਈ। ਪਤਨੀ ਦੇ ਮੌਤ ਦੇ ਕੁਝ ਮਹੀਨਿਆਂ ਬਾਅਦ ਤੱਕ ਪਤੀ ਨੇ ਆਪਣਾ ਵਾਅਦਾ ਨਿਭਾਇਆ, ਕਿਸੇ ਔਰਤ ਵੱਲ ਦੇਖਿਆ ਤੱਕ ਨਹੀਂ, ਕਿਸੇ ਔਰਤ ਨਾਲ ਗੱਲ ਵੀ ਨਹੀਂ ਕੀਤੀ। ਪਰ ਕੁਝ ਮਹੀਨਿਆਂ ਬਾਅਦ ਉਹ ਇੱਕ ਸੁੰਦਰ ਔਰਤ ਨੂੰ ਮਿਲਿਆ ਤੇ ਉਸਦੇ ਪਿਆਰ ਵਿੱਚ ਪੈ ਗਿਆ। ਉਹਨਾਂ ਦੋਹਾਂ ਨੇ ਜਲਦੀ ਹੀ ਵਿਆਹ ਕਰਨ ਬਾਰੇ ਸੋਚਿਆ। ਜਿਸ ਰਾਤ ਉਹਨਾਂ ਦੋਹਾਂ ਦੀ ਇੰਗੇਜਮੈਂਟ ਸੀ, ਉਸੇ ਰਾਤ ਇਨਸਾਨ ਨੂੰ ਆਪਣੀ ਪਹਿਲੀ ਪਤਨੀ ਦੀ ਪ੍ਰੇਤ ਆਤਮਾ ਦਿਖਾਈ ਦਿੱਤੀ ਤੇ ਉਹ ਬਹੁਤ ਗੁੱਸੇ ਵਿੱਚ ਸੀ। ਉਹ ਉਸ ਇਨਸਾਨ ਨੂੰ ਉਹਨੂੰ ਧੋਖਾ ਦੇਣ ਤੇ ਵਾਅਦਾ ਤੋੜਨ ਦੇ ਲਈ ਬੁਰਾ ਭਲਾ ਕਹਿਣ ਲੱਗੀ। ਉਸ ਤੋਂ ਬਾਅਦ ਉਹ ਉਸ ਇਨਸਾਨ ਨੂੰ ਰੋਜ਼ ਰਾਤ ਨੂੰ ਦਿਖਾਈ ਦਿੰਦੀ ਤੇ ਆਪਣਾ ਵਾਅਦਾ ਤੋੜਨ ਦੇ ਲਈ ਉਸ ਨੂੰ ਕੋਸਦੀ ਤੇ ਰੋਜ਼ ਰਾਤ ਨੂੰ ਆਉਂਦੀ ਤੇ ਉਸ ਨੂੰ ਧੋਖੇਬਾਜ਼ ਕਹਿ ਕੇ ਟੌਂਟ ਮਾਰਦੀ ਤੇ ਉਸ ਨੂੰ ਉਹ ਹਰ ਗੱਲ ਸਟੈਪ ਬਾਏ ਸਟੈਪ ਦੱਸ ਦਿੰਦੀ ਜੋ ਉਸ ਇਨਸਾਨ ਤੇ ਉਸ ਦੀ ਨਵੀਂ ਪਤਨੀ ਦੇ ਵਿੱਚ ਹੁੰਦੀ ਸੀ। ਇਸ ਤੋਂ ਇਲਾਵਾ ਉਹ ਉਸ ਨੂੰ ਉਹਨਾਂ ਚੀਜ਼ਾਂ ਬਾਰੇ ਵੀ ਦੱਸ ਦਿੰਦੀ ਜੋ ਉਹ ਪੂਰੇ ਦਿਨ ਵਿੱਚ ਕਰਿਆ ਕਰਦਾ ਸੀ। ਇਸ ਘਟਨਾ ਨੇ ਉਸ ਇਨਸਾਨ ਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਕਿ ਉਹ ਰਾਤਾਂ ਨੂੰ ਚੰਗੀ ਤਰ੍ਹਾਂ ਸੌਂ ਵੀ ਨਹੀਂ ਪਾਉਂਦਾ ਸੀ। ਉਦੋਂ ਹੀ ਉਹਦੇ ਇੱਕ ਦੋਸਤ ਨੇ ਦੱਸਿਆ ਕਿ ਇੱਥੇ ਨੇੜੇ ਦੇ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ ਆਏ ਹੋਏ ਹਨ, ਤੂੰ ਉਹਨਾਂ ਦੇ ਕੋਲ ਜਾ, ਉਹ ਤੇਰੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਨਗੇ। ਉਹ ਇਨਸਾਨ ਗੁਰੂ ਜੀ ਦੇ ਕੋਲ ਗਿਆ ਤੇ ਆਪਣੀ ਸਾਰੀ ਘਟਨਾ ਕਹਿ ਸੁਣਾਈ। ਉਹਦੀਆਂ ਗੱਲਾਂ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਫਿਰ ਬੋਲੇ ਕਿ ਬਹੁਤ ਹੀ ਚਲਾਕ ਹੈ ਤੇਰੀ ਪਤਨੀ ਦੀ ਆਤਮਾ। ਇਹ ਸੁਣ ਕੇ ਉਸ ਇਨਸਾਨ ਨੇ ਕਿਹਾ ਕਿ ਹਾਂਜੀ ਗੁਰੂ ਜੀ, ਬਿਲਕੁਲ, ਉਹਨੂੰ ਉਹ ਹਰ ਕੰਮ, ਉਹ ਹਰ ਗੱਲ ਯਾਦ ਰਹਿੰਦੀ ਹੈ ਜੋ ਵੀ ਮੈਂ ਦਿਨ ਭਰ ਦੇ ਵਿੱਚ ਕਰਦਾ ਹਾਂ। ਗੁਰੂ ਜੀ ਨੇ ਕਿਹਾ ਕਿ ਤੈਨੂੰ ਤਾਂ ਪ੍ਰੇਤ ਆਤਮਾ ਦੀ ਤਾਰੀਫ ਕਰਨੀ ਚਾਹੀਦੀ ਹੈ, ਪਰ ਅਸੀਂ ਤੈਨੂੰ ਦੱਸਦੇ ਹਾਂ ਕਿ ਜਦੋਂ ਉਹ ਆਤਮਾ ਤੈਨੂੰ ਫਿਰ ਦੁਬਾਰਾ ਦਿਸੇ ਤਾਂ ਤੂੰ ਕੀ ਕਰਨਾ ਹੈ। ਗੁਰੂ ਜੀ ਨੇ ਸਾਰੀ ਗੱਲ ਉਸ ਇਨਸਾਨ ਨੂੰ ਸਮਝਾ ਦਿੱਤੀ ਤੇ ਉਹ ਇਨਸਾਨ ਗੁਰੂ ਜੀ ਨੂੰ ਪ੍ਰਣਾਮ ਕਰਕੇ ਆਪਣੇ ਘਰ ਵਾਪਸ ਚਲਾ ਗਿਆ। ਤੇ ਫਿਰ ਉਸ ਰਾਤ ਨੂੰ ਉਸ ਨੂੰ ਆਪਣੀ ਪਹਿਲੀ ਪਤਨੀ ਦੀ ਪ੍ਰੇਤ ਆਤਮਾ ਫਿਰ ਦਿਖਾਈ ਦਿੱਤੀ। ਉਸਨੇ ਪਹਿਲਾਂ ਤਾਂ ਆਪਣੇ ਪਤੀ ਨੂੰ ਧੋਖੇਬਾਜ਼ ਕਹਿ ਕੇ ਟੌਂਟ ਮਾਰਿਆ ਤੇ ਫਿਰ ਉਸ ਨੂੰ ਦੱਸਿਆ ਕਿ ਤੂੰ ਅੱਜ ਇੱਕ ਫਕੀਰ ਨੂੰ ਮਿਲਣ ਗਿਆ ਸੀ। ਤੇ ਫਿਰ ਉਸ ਇਨਸਾਨ ਨੇ ਪ੍ਰੇਤ ਆਤਮਾ ਦੀ ਤਾਰੀਫ ਕੀਤੀ ਤੇ ਫਿਰ ਕਿਹਾ ਕਿ ਤੂੰ ਤਾਂ ਇੱਕ ਬੁੱਧੀਮਾਨ ਪ੍ਰੇਤ ਆਤਮਾ ਏ, ਤੈਨੂੰ ਸਭ ਪਤਾ ਏ, ਤੂੰ ਸਭ ਜਾਣਦੀ ਏ, ਭਲਾ ਤੇਰੇ ਤੋਂ ਕੁਝ ਕਿਵੇਂ ਛੁਪਾਇਆ ਜਾ ਸਕਦਾ ਹੈ। ਉਸਨੇ ਉਸ ਆਤਮਾ ਨੂੰ ਚੈਲੰਜ ਕਰਦੇ ਹੋਏ ਕਿਹਾ ਕਿ ਜੇ ਤੂੰ ਇੱਕ ਬੁੱਧੀਮਾਨ ਪ੍ਰੇਤ ਆਤਮਾ ਹੈ, ਇਸ ਲਈ ਤੂੰ ਮੇਰੇ ਇੱਕ ਸਵਾਲ ਦਾ ਜਵਾਬ ਦੇ। ਜੇ ਤੂੰ ਮੇਰੇ ਸਵਾਲ ਦਾ ਜਵਾਬ ਦੇ ਦਿੱਤਾ ਤਾਂ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਆਪਣੀ ਮੰਗਣੀ ਤੋੜ ਦੇਵਾਂਗਾ ਤੇ ਪੂਰੀ ਜ਼ਿੰਦਗੀ ਇਕੱਲਾ ਹੀ ਰਹਾਂਗਾ। ਪ੍ਰੇਤ ਆਤਮਾ ਨੇ ਕਿਹਾ ਕਿ ਚੱਲ ਫਿਰ ਆਪਣਾ ਸਵਾਲ ਪੁੱਛ। ਫਿਰ ਉਸ ਇਨਸਾਨ ਨੇ ਕੋਲ ਹੀ ਪਏ ਇੱਕ ਚਾਵਲ ਦੇ ਬੋਰੇ ਵਿੱਚ ਹੱਥ ਪਾਇਆ ਤੇ ਇੱਕ ਮੁੱਠੀ ਭਰ ਕੇ ਬੋਲਿਆ ਕਿ ਤੂੰ ਇਹ ਗਿਣਤੀ ਕਰਕੇ ਦੱਸ ਕਿ ਮੇਰੀ ਮੁੱਠੀ ਵਿੱਚ ਚਾਵਲ ਦੇ ਕਿੰਨੇ ਦਾਣੇ ਹਨ। ਇਹ ਸਵਾਲ ਪੁੱਛਦੇ ਹੀ ਉਹ ਪ੍ਰੇਤ ਆਤਮਾ ਉੱਥੋਂ ਗਾਇਬ ਹੋ ਗਈ ਤੇ ਫਿਰ ਉਸ ਨੂੰ ਕਦੇ ਦੁਬਾਰਾ ਦਿਖਾਈ ਨਹੀਂ ਦਿੱਤੀ। ਦੋਸਤੋ, ਗੁਰੂ ਜੀ ਇਹ ਗੱਲ ਜਾਣਦੇ ਸਨ ਕਿ ਭੂਤ ਪ੍ਰੇਤ ਵਰਗੀ ਕੋਈ ਵੀ ਚੀਜ਼ ਨਹੀਂ ਹੁੰਦੀ। ਇਹ ਇਨਸਾਨ ਦਾ ਹੀ ਇੱਕ ਹਿੱਸਾ ਹੈ ਜੋ ਉਸ ਦੇ ਦਿਮਾਗ ਤੋਂ ਆਉਂਦਾ ਹੈ, ਕਿਉਂਕਿ ਉਸ ਪ੍ਰੇਤ ਆਤਮਾ ਨੂੰ ਸਿਰਫ ਉਨਾ ਹੀ ਪਤਾ ਸੀ ਜਿੰਨਾ ਉਸ ਇਨਸਾਨ ਜਾਂ ਉਸ ਦੇ ਦਿਮਾਗ ਨੂੰ ਪਤਾ ਸੀ, ਕਿਉਂਕਿ ਉਸ ਇਨਸਾਨ ਨੂੰ ਹੀ ਖੁਦ ਨਹੀਂ ਪਤਾ ਸੀ ਕਿ ਉਸ ਦੀ ਮੁੱਠੀ ਵਿੱਚ ਕਿੰਨੇ ਚਾਵਲ ਦੇ ਦਾਣੇ ਹਨ, ਤਾਂ ਫਿਰ ਉਸ ਦੇ ਮਾਨਸਿਕ ਭੂਤ ਨੂੰ ਕਿਵੇਂ ਪਤਾ ਲੱਗ ਸਕਦਾ ਸੀ। ਉਹ ਪ੍ਰੇਤ ਆਤਮਾ ਸਿਰਫ ਉਨਾ ਹੀ ਦੱਸ ਸਕਦੀ ਸੀ ਜਿੰਨਾ ਉਸ ਇਨਸਾਨ ਨੂੰ ਪਤਾ ਸੀ। ਗੁਰੂ ਜੀ ਸਮਝ ਗਏ ਸੀ ਕਿ ਉਸ ਦੀ ਪਤਨੀ ਦੀ ਆਤਮਾ ਜੈਸੀ ਕੋਈ ਵੀ ਚੀਜ਼ ਨਹੀਂ ਹੈ। ਇਹ ਤਾਂ ਬਸ ਉਸਦੇ ਆਪਣੀ ਪਤਨੀ ਨਾਲ ਕੀਤੇ ਗਏ ਵਾਅਦੇ ਨੂੰ ਤੋੜਨ ਦਾ ਅਪਰਾਧ ਬੋਧ ਸੀ ਜੋ ਉਸ ਨੂੰ ਅੰਦਰ ਤੋਂ ਖਾਈ ਜਾ ਰਿਹਾ ਸੀ। ਉਸਨੇ ਆਪਣੀ ਪਤਨੀ ਨਾਲ ਕੀਤੇ ਗਏ ਵਾਅਦੇ ਨੂੰ ਇੰਨੀ ਵਾਰ ਸੋਚਿਆ ਸੀ ਕਿ ਉਸ ਦੀ ਪਤਨੀ ਵੱਲੋਂ ਕਹੇ ਗਏ ਆਖਰੀ ਸ਼ਬਦ ਕਿ ਜੇ ਤੂੰ ਕਿਸੇ ਹੋਰ ਨਾਲ ਵਿਆਹ ਕੀਤਾ ਤਾਂ ਮੈਂ ਤੈਨੂੰ ਭੂਤ ਬਣ ਕੇ ਪਰੇਸ਼ਾਨ ਕਰਾਂਗੀ ਨੂੰ ਸੱਚ ਮੰਨ ਲਿਆ ਸੀ ਤੇ ਉਹਦਾ ਦਿਮਾਗ ਉਸ ਨੂੰ ਵਾਸਤਵਿਕਤਾ ਵਿੱਚ ਪ੍ਰਗਟ ਕਰ ਰਿਹਾ ਸੀ। ਉਹ ਪ੍ਰੇਤ ਆਤਮਾ ਉਸ ਆਦਮੀ ਦੇ ਸੁਪਨਿਆਂ ਵਿੱਚ ਤਾਂ ਵੀ ਆ ਰਹੀ ਸੀ ਕਿਉਂਕਿ ਉਹ ਆਦਮੀ ਇਸ ਗੱਲ ਤੋਂ ਉਸ ਤੋਂ ਪ੍ਰਭਾਵਿਤ ਸੀ ਕਿ ਉਹ ਇਹ ਸਭ ਕਿਸ ਤਰ੍ਹਾਂ ਜਾਣਦੀ ਹੈ। ਉਹ ਮੰਨਣ ਲੱਗਿਆ ਸੀ ਕਿ ਉਸ ਪ੍ਰੇਤ ਆਤਮਾ ਦੇ ਕੋਲ ਕੋਈ ਸ਼ਕਤੀ ਹੈ, ਪਰ ਜਿਵੇਂ ਹੀ ਉਹ ਉਸ ਦੇ ਖਿਲਾਫ ਖੜਾ ਹੋਇਆ, ਉਸ ਨੂੰ ਚੁਣੌਤੀ ਦਿੱਤੀ, ਤਾਂ ਉਹ ਪ੍ਰੇਤ ਆਤਮਾ ਹਮੇਸ਼ਾ ਦੇ ਲਈ ਗਾਇਬ ਹੋ ਗਈ। ਦੋਸਤੋ, ਭੂਤ ਪ੍ਰੇਤ ਇਨਸਾਨ ਦੇ ਦਿਮਾਗ ਤੋਂ ਹੀ ਆਉਂਦੇ ਹਨ ਕਿਉਂਕਿ ਇਸ ਨੇ ਹੀ ਉਸ ਨੂੰ ਬਣਾਇਆ ਹੈ।
ਇਸ ਦਾ ਵਾਸਤਵਿਕਤਾ ਵਿੱਚ ਕੋਈ ਵੀ ਸੰਬੰਧ ਨਹੀਂ ਹੈ। ਦੋਸਤੋ, ਕੋਈ ਵੀ ਚੀਜ਼ ਸਾਨੂੰ ਉਦੋਂ ਹੀ ਪਰੇਸ਼ਾਨ ਕਰਦੀ ਹੈ ਜਦੋਂ ਅਸੀਂ ਉਸ 'ਤੇ ਜ਼ਿਆਦਾ ਧਿਆਨ ਦਿੰਦੇ ਹਾਂ, ਪਰ ਜਦੋਂ ਅਸੀਂ ਉਸ ਤੋਂ ਅੱਗੇ ਵੱਧ ਜਾਂਦੇ ਹਾਂ, ਉਹਦੇ ਬਾਰੇ ਸੋਚਣਾ ਬੰਦ ਕਰ ਦਿੰਦੇ ਹਾਂ, ਤਾਂ ਉਹ ਗਾਇਬ ਹੋ ਜਾਂਦੀ ਹੈ। ਦੋਸਤੋ, ਤੁਸੀਂ ਖੁਦ ਹੀ ਸੋਚ ਕੇ ਦੇਖਿਓ, ਤੁਸੀਂ ਆਪਣੇ ਸੁਪਨਿਆਂ ਵਿੱਚ ਸਿਰਫ ਉਹੀ ਚੀਜ਼ਾਂ ਦੇਖੀਆਂ ਹੋਣਗੀਆਂ ਜੋ ਤੁਸੀਂ ਅਸਲ ਵਿੱਚ ਦੇਖੀਆਂ ਹਨ। ਫਿਰ ਚਾਹੇ ਉਹ ਡੇਲੀ ਲਾਈਫ ਵਿੱਚ ਦੇਖੀਆਂ ਗਈਆਂ ਹੋਣ, ਜਾਂ ਹਾਲੀਵੁੱਡ ਬਾਲੀਵੁੱਡ ਮੂਵੀ ਵਿੱਚ ਦੇਖੀਆਂ ਗਈਆਂ ਹੋਣ, ਜਾਂ ਕਿਸੇ ਵੈਬ ਸੀਰੀਜ਼ ਵਿੱਚ ਦੇਖੀਆਂ ਗਈਆਂ ਹੋਣ, ਜਾਂ ਕਾਰਟੂਨ ਵਿੱਚ ਦੇਖੀਆਂ ਗਈਆਂ ਹੋਣ, ਤੁਸੀਂ ਕਿਸੇ ਕਿਤਾਬ ਵਿੱਚ ਪੜ੍ਹਿਆ ਹੋਵੇ, ਜਾਂ ਫਿਰ ਕਿਸੇ ਕਹਾਣੀ ਵਿੱਚ ਦੇਖੀਆਂ ਗਈਆਂ ਹੋਣ। ਅਸਲ ਵਿੱਚ ਸਾਡੇ ਮਨ ਵਿੱਚ ਜੋ ਵੀ ਚੀਜ਼ਾਂ ਹੁੰਦੀਆਂ ਹਨ ਜਾਂ ਜੋ ਵੀ ਗੱਲਾਂ ਹੁੰਦੀਆਂ ਹਨ, ਇਹ ਉਹਨਾਂ ਨੂੰ ਤੋੜ ਮਰੋੜ ਕੇ ਸਾਨੂੰ ਸੁਪਨਿਆਂ ਵਿੱਚ ਦਿਖਾਉਂਦਾ ਹੀ ਰਹਿੰਦਾ ਹੈ, ਤੇ ਅਸੀਂ ਬਹੁਤ ਵਾਰ ਇਹਨਾਂ ਚੀਜ਼ਾਂ ਨੂੰ ਸੱਚ ਮੰਨ ਲੈਂਦੇ ਹਾਂ। ਇਸ ਲਈ ਦੋਸਤੋ, ਸਾਨੂੰ ਜ਼ਰੂਰਤ ਹੈ ਇਹਨਾਂ ਸਭ ਚੀਜ਼ਾਂ ਨੂੰ ਭੁੱਲ ਕੇ, ਪਿੱਛੇ ਛੱਡ ਕੇ ਵਰਤਮਾਨ ਯਾਨੀ ਅੱਜ ਵਿੱਚ ਫੋਕਸ ਕਰਨ ਦੀ। ਬਾਕੀ ਦੋਸਤੋ, ਜੇਕਰ ਸੁਪਨੇ ਦੇਖਣੇ ਹੀ ਹਨ ਤਾਂ ਖੁੱਲ੍ਹੀਆਂ ਅੱਖਾਂ ਨਾਲ ਦੇਖੋ ਤੇ ਆਪਣੀ ਮਿਹਨਤ ਤੇ ਲਗਨ ਨਾਲ ਉਹਨਾਂ ਨੂੰ ਪੂਰਾ ਵੀ ਕਰੋ। ਦੋਸਤੋ, ਜ਼ਿੰਦਗੀ ਇੱਕ ਹਸੀਨ ਸਫ਼ਰ ਹੈ। ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਹਾਦਸਾ ਹੋਇਆ ਹੈ, ਉਸ ਨੂੰ ਪਿੱਛੇ ਛੱਡ ਕੇ ਅੱਗੇ ਵਧੋ ਤੇ ਕਿਸੇ ਵੀ ਗਲਤ ਸੰਗਤ ਜਾਂ ਗਲਤ ਰਾਹ 'ਤੇ ਚੱਲ ਕੇ ਆਪਣੀ ਜ਼ਿੰਦਗੀ ਤੇ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਨੂੰ ਬਰਬਾਦ ਨਾ ਕਰੋ, ਕਿਉਂਕਿ 84 ਲੱਖ ਜੂਨਾਂ ਤੋਂ ਬਾਅਦ ਇਹ ਇਨਸਾਨੀ ਚੋਲਾ ਪ੍ਰਾਪਤ ਹੁੰਦਾ ਹੈ। ਇਸ ਲਈ ਚੰਗੇ ਕਰਮ ਕਰੋ, ਪਰਮਾਤਮਾ ਦਾ ਨਾਮ ਜਪੋ ਤੇ ਆਪਣੀ ਜ਼ਿੰਦਗੀ ਤੋਂ ਅਗਲੇ ਸਫ਼ਰ ਨੂੰ ਸੁਖਮਈ ਬਣਾਓ। ਸੋ ਦੋਸਤੋ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।